ਨੈਕਸਟ ਟੌਪਿਕ ਹੈ ਆਲਟਰਨੇਟਿੰਗ ਕਰੰਟ ਜਨਰੇਟਰ। ਇਹਨੂੰ ਅਸੀਂ ਏਸੀ ਡਾਇਨਾਮੋ ਵੀ ਬੋਲਦੇ ਹਾਂ। ਠੀਕ ਹੈ, ਇਹ ਕੀ ਹੁੰਦਾ, ਇੱਕ ਤਰ੍ਹਾਂ ਦੀ ਡਿਵਾਈਸ ਹੈ। ਇਲੈਕਟ੍ਰਿਕ ਜਨਰੇਟਰ ਜਿਹੜਾ ਹੈ, ਇਟ ਇਜ਼ ਅ ਡਿਵਾਈਸ ਜੋ ਯੂਜ਼ ਕੀਤੀ ਜਾਂਦੀ ਹੈ ਟੂ ਕਨਵਰਟ ਮਕੈਨੀਕਲ ਐਨਰਜੀ। ਮਕੈਨੀਕਲ ਮਤਲਬ ਕੋਈ ਵੀ ਕੰਮ ਕਰਨ 'ਤੇ ਜਿਹੜੀ ਐਨਰਜੀ ਲੱਗੀ, ਉਹ ਵਾਲੀ ਮਕੈਨੀਕਲ ਐਨਰਜੀ ਨੂੰ ਕਾਹਦੇ 'ਚ ਕਨਵਰਟ ਕਰ ਰਿਹਾ ਹੈ, ਇਲੈਕਟ੍ਰੀਸਿਟੀ ਜਾਂ ਅਸੀਂ ਕੀ ਕਹਿ ਦਈਏ ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਕਰ ਰਿਹਾ। ਮਤਲਬ ਜਨਰੇਟਰ ਜਿਹੜਾ ਹੈ, ਇਹ ਜਿਹੜਾ ਯੂਜ਼ ਕੀਤਾ ਜਾਂਦਾ ਟੂ ਕਨਵਰਟ ਟੂ ਕਾਈਂਡ ਆਫ ਐਨਰਜੀਜ਼। ਮਤਲਬ ਇੱਕ ਐਨਰਜੀ ਨੂੰ ਦੂਸਰੀ ਐਨਰਜੀ ਦੇ ਵਿੱਚ ਕਨਵਰਟ ਕਰਨ ਦੇ ਲਈ ਜਨਰੇਟਰ ਨੂੰ ਯੂਜ਼ ਕੀਤਾ ਜਾਂਦਾ। ਔਰ ਮਕੈਨੀਕਲ ਐਨਰਜੀ ਮਤਲਬ ਕੋਈ ਮਕੈਨੀਕਲ ਵਰਕ ਡਨ ਹੈ, ਉਹ ਕੀਤਾ ਜਾਏਗਾ ਔਰ ਉਹਦੇ 'ਚ ਜਿਹੜੀ ਐਨਰਜੀ ਯੂਟੀਲਾਈਜ਼ ਹੋਏਗੀ ਉਹ ਕਾਹਦੇ 'ਚ ਕਨਵਰਟ ਹੋਏਗੀ, ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਹੋਏਗੀ। ਠੀਕ ਹੈ, ਮਤਲਬ ਉਸ ਤੋਂ ਕਿਹੜੀ ਐਨਰਜੀ ਆਏਗੀ ਜਿਹਦੇ ਨਾਲ ਕਰੰਟ ਫਲੋ ਕਰੇਗਾ ਸਰਕਿਟ 'ਚ, ਤਾਂ ਉਹ ਐਨਰਜੀ ਦੈਟ ਇਜ਼ ਇਲੈਕਟ੍ਰੀਕਲ ਐਨਰਜੀ। ਹੁਣ ਜਿਹੜਾ ਇਹ ਏਸੀ ਜਨਰੇਟਰ ਹੈ, ਇਹਨੂੰ ਆਲਟਰਨੇਟਿੰਗ ਕਰੰਟ ਨੂੰ ਅਸੀਂ ਏਸੀ ਬੋਲ ਸਕਦੇ ਹਾਂ, ਏਸੀ ਜਨਰੇਟਰ। ਹੁਣ ਜਿਹੜਾ ਇਹ ਏਸੀ ਜਨਰੇਟਰ ਹੈ, ਇਹਦਾ ਪ੍ਰਿੰਸੀਪਲ ਕੀ ਹੈ, ਇਹ ਜਿਹੜਾ ਹੈ ਬੇਸਿਕਲੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਜੋ ਅਸੀਂ ਯੂਨਿਟ 4 'ਚ ਪੜ੍ਹ ਲਿਆ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ 'ਤੇ ਬੇਸਡ ਹੈ। ਪਹਿਲਾਂ ਅਸੀਂ ਲਿਖ ਦਾਂਗੇ ਕਿ ਇਟ ਇਜ਼ ਬੇਸਡ ਔਨ ਦੀ ਪ੍ਰਿੰਸੀਪਲ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਫਿਰ ਉਸ ਤੋਂ ਬਾਅਦ ਉਹ ਪ੍ਰਿੰਸੀਪਲ ਕੀ ਹੈ ਅਸੀਂ ਉਹ ਵੀ ਲਿਖਣਾ ਹੈ। ਕੀ ਹੁੰਦਾ ਅਕੋਰਡਿੰਗ ਟੂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਇਹਦੇ 'ਚ ਅਸੀਂ ਕੀ ਕਹਿੰਦੇ ਹਾਂ, ਕੋਈ ਵੀ ਇੱਕ ਕੁਆਇਲ ਹੈ, ਅਗਰ ਉਸ ਕੁਆਇਲ ਦੇ ਨਾਲ ਪਹਿਲਾਂ ਅਸੀਂ ਜੋ ਪੜ੍ਹਿਆ ਫਿਰ ਉਹਨੂੰ ਥੋੜ੍ਹਾ ਜਿਹਾ ਮੋਲਡ ਕਰਕੇ ਅਸੀਂ ਲਿਖਣਾ ਹੈ। ਇਹਦੇ 'ਚ ਕੀ ਅਸੀਂ ਪੜ੍ਹਿਆ ਕਿ ਇੱਕ ਕੁਆਇਲ ਹੈ, ਅਗਰ ਉਹਦੇ 'ਚ ਕਰੰਟ ਚੇਂਜ ਹੋ ਰਿਹਾ ਹੈ ਔਰ ਉਹਦੇ ਨਾਲ ਕੀ ਹੈ ਮੈਗਨੈਟਿਕ ਫਲਕਸ ਲਿੰਕਡ ਚੇਂਜ ਹੈ, ਤਾਂ ਉਹਦੇ 'ਚ ਕੀ ਪ੍ਰੋਡਿਊਸ ਹੋਏਗਾ, ਇੰਡਿਊਸਡ EMF। ਹੁਣ ਇਹਦੇ 'ਚ ਅਸੀਂ ਕੀ ਕਰ ਰਹੇ ਹਾਂ, ਅਸੀਂ ਕੁਆਇਲ ਲੈ ਰਹੇ ਹਾਂ ਅਗੇਨ। ਹੁਣ ਅਸੀਂ ਕੀ ਕਰਨਾ ਹੈ, ਉਸ ਕੁਆਇਲ ਨੂੰ ਯੂਨੀਫਾਰਮ ਮੈਗਨੈਟਿਕ ਫੀਲਡ 'ਚ ਰੱਖਣਾ ਹੈ। ਯੂਨੀਫਾਰਮ ਮੈਗਨੈਟਿਕ ਫੀਲਡ ਇਨ ਦਾ ਸੈਂਸ ਮਤਲਬ ਜਿਹੜੀ ਵੀ ਮੈਗਨੈਟਿਕ ਫਲਕਸ ਹੋਏਗੀ ਇਹਦਾ ਮਤਲਬ ਉਹ ਵੀ ਕੌਨਸਟੈਂਟ ਹੈ, ਪਰ ਅਸੀਂ ਤਾਂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਨੂੰ ਅਪਲਾਈ ਕਰਨਾ ਹੈ। ਇਟ ਮੀਨਸ ਅਸੀਂ ਮੂਵ ਕਿਹਨੂੰ ਕਰਨਾ ਹੈ, ਇਸ ਕੇਸ 'ਚ ਕੁਆਇਲ ਨੂੰ ਮੂਵ ਕਰਨਾ ਹੈ, ਕਿਉਂਕਿ ਜਿਹੜਾ ਏਸੀ ਜਨਰੇਟਰ ਹੈ ਉਹਦੇ 'ਚ ਮਕੈਨੀਕਲ ਵਰਕ ਡਨ ਹੋਏਗਾ ਤਾਂ ਹੀ ਕਨਵਰਜਨ ਹੋਏਗੀ ਐਨਰਜੀ ਦੀ। ਠੀਕ ਹੈ, ਤਾਂ ਉਹ ਮਕੈਨੀਕਲ ਵਰਕ ਡਨ ਜਿਹਦੇ 'ਚ ਮਕੈਨੀਕਲ ਐਨਰਜੀ ਯੂਜ਼ਡ ਹੈ, ਉਹ ਕਿਹੜਾ ਵਰਕ ਡਨ ਹੈ, ਕੁਆਇਲ ਨੂੰ ਰੋਟੇਟ ਕਰਨਾ। ਜਿਹੜੀ ਵੀ ਕੁਆਇਲ ਲਈ ਜਾਏਗੀ ਉਹਨੂੰ ਰੋਟੇਟ ਕੀਤਾ ਜਾਏਗਾ। ਠੀਕ ਹੈ, ਔਰ ਉਹ ਕੁਆਇਲ ਨੂੰ ਕਿੱਥੇ ਪਲੇਸ ਕੀਤਾ ਗਿਆ, ਯੂਨੀਫਾਰਮ ਮੈਗਨੈਟਿਕ ਫੀਲਡ 'ਚ, ਔਰ ਉਹਨੂੰ ਰੋਟੇਟ ਕਿੱਦਾਂ ਕੀਤਾ ਗਿਆ, ਅਬਾਊਟ ਐਨ ਐਕਸਿਸ ਜਿਹੜੀ ਪਰਪੈਂਡੀਕੂਲਰ ਹੈ ਟੂ ਦੀ ਡਾਇਰੈਕਸ਼ਨ ਆਫ ਯੂਨੀਫਾਰਮ ਮੈਗਨੈਟਿਕ ਫੀਲਡ। ਇੱਕ ਡਾਇਰੈਕਸ਼ਨ ਹੋਏਗੀ, ਸਪੋਜ਼ ਅਸੀਂ ਡਾਇਗਰਾਮ ਵੀ ਬਣਾਵਾਂਗੇ ਫॉर ਦੀ ਟਾਈਮ ਰਫ ਆਈਡੀਆ। ਅਗਰ ਮੈਗਨੈਟਿਕ ਫੀਲਡ ਇਹ ਹੈ ਔਰ ਅਸੀਂ ਇੱਕ ਕੁਆਇਲ ਰੱਖੀ ਹੋਈ ਹੈ, ਔਰ ਕੁਆਇਲ ਨੂੰ ਅਸੀਂ ਕੀ ਕਰ ਰਹੇ ਹਾਂ, ਇਹ ਕੋਈ ਕੁਆਇਲ ਹੈ, ਇਹਨੂੰ ਅਸੀਂ ਕਿਸੇ ਹੈਂਡਲ ਦੀ ਹੈਲਪ ਨਾਲ ਰੋਟੇਟ ਕਰ ਰਹੇ ਹਾਂ। ਮੈਗਨੈਟਿਕ ਫੀਲਡ ਯੂਨੀਫਾਰਮ ਸੀ, ਪਰ ਜਦੋਂ ਅਸੀਂ ਇਹਨੂੰ ਰੋਟੇਟ ਕੀਤਾ ਤਾਂ ਉੱਥੇ ਕੀ ਹੈ, ਕਦੀ ਮੈਗਨੈਟਿਕ ਫੀਲਡ ਮੈਕਸਿਮਮ ਹੋ ਜਾਏਗਾ, ਕਦੀ ਮਿਨੀਮਮ ਹੋ ਜਾਏਗਾ। ਠੀਕ ਹੈ, ਡਿਪੈਂਡਸ ਅਪੋਨ ਕਿਉਂਕਿ ਮੈਗਨੈਟਿਕ ਫਲਕਸ ਦਾ ਫਾਰਮੂਲਾ B ਵੈਕਟਰ ਡੋਟ ਡੈਲਟਾ S ਵੈਕਟਰ ਹੈ, ਤਾਂ ਅਸੀਂ ਦੇਖ ਲਾਂਗੇ ਐਂਗਲ ਬਿਟਵੀਨ ਟੂ ਕੀ ਹੋਏਗਾ, ਮੈਗਨੈਟਿਕ ਫੀਲਡ ਤੇ ਏਰੀਆ ਵੈਕਟਰ 'ਚ ਕੀ ਐਂਗਲ ਹੈ ਜਿੱਦਾਂ ਜਿੱਦਾਂ ਰੋਟੇਸ਼ਨ ਹੋਏਗੀ। ਤਾਂ ਇਹਦਾ ਮਤਲਬ ਅਲਟੀਮੇਟਲੀ ਮੈਗਨੈਟਿਕ ਫਲਕਸ ਜਿਹੜਾ ਹੈ ਉਹ ਤਾਂ ਚੇਂਜ ਹੋ ਰਿਹਾ ਹੈ। ਤਾਂ ਇਟ ਮੀਨਸ ਅਗਰ ਅਸੀਂ ਯੂਨੀਫਾਰਮ ਮੈਗਨੈਟਿਕ ਫੀਲਡ 'ਚ ਕੁਆਇਲ ਨੂੰ ਰੱਖਣਾ ਹੈ ਤਾਂ ਕੰਡੀਸ਼ਨ ਇਜ਼ ਕੁਆਇਲ ਨੂੰ ਕੀ ਕਰੋ, ਰੋਟੇਟ ਕਰੋ। ਠੀਕ ਹੈ, ਹੁਣ ਰੋਟੇਟ ਕਰਨ 'ਤੇ ਫਿਰ ਕੀ ਹੋਇਆ, ਮੈਗਨੈਟਿਕ ਫਲਕਸ ਲਿੰਕਡ ਚੇਂਜ ਹੋਏਗਾ। ਇਹਦਾ ਮਤਲਬ ਕੀ ਪ੍ਰੋਡਿਊਸ ਹੋਏਗਾ, ਇੰਡਿਊਸਡ EMF ਜਿਹੜੀ ਹੈ ਇਜ਼ ਪ੍ਰੋਡਿਊਸਡ ਅਕਰੋਸ ਇਟ। ਠੀਕ ਹੈ, ਇਹ ਜਿਹੜਾ ਹੈ ਬੇਸਿਕ ਜਿਹੜਾ ਪ੍ਰਿੰਸੀਪਲ ਯੂਜ਼ ਕਰਨਾ ਇਹਦੇ 'ਚ। ਹੁਣ ਇਹਦੇ 'ਚ ਕੀ ਕੰਸਟਰਕਸ਼ਨ ਹੈ, ਕਿਹੜੇ ਕਿਹੜੇ ਇਹਦੇ ਪਾਰਟਸ ਹੈ ਏਸੀ ਜਨਰੇਟਰ ਦੇ, ਇਹਦੇ 'ਚ 4 ਬੇਸਿਕਲੀ ਪਾਰਟਸ ਹੈ ਇਸ ਜਨਰੇਟਰ ਦੇ। ਇੱਕ ਹੈਗਾ ਆਰਮੇਚਰ। ਠੀਕ ਹੈ, ਅਸੀਂ ਨਾਲ ਨਾਲ ਡਾਇਗਰਾਮ ਵੀ ਇਹਦੀ ਡਰਾ ਕਰ ਲੈਂਦੇ ਹਾਂ। ਆਰਮੇਚਰ ਜਿਹੜਾ ਹੈ ਦੈਟ ਇਜ਼ ਦੀ ABCD ਕੁਆਇਲ। ਅਸੀਂ ਇੱਥੇ ਇੱਕ ਕੁਆਇਲ ਲੈ ਕੇ ਚੱਲਦੇ ਹਾਂ, ਸਪੋਜ਼ ਕੁਛ ਇਸ ਤਰ੍ਹਾਂ। ਠੀਕ ਹੈ, ਇਹ ਸਾਡੇ ਕੋਲ ਇੱਕ ਕੁਆਇਲ ਹੈ ਔਰ ਇਹਦਾ ਨਾਮ ਰੱਖ ਲਿਆ ABCD। ਠੀਕ, ਔਰ ਇਹਨੂੰ ਅਸੀਂ ਬੋਲ ਦਿੰਦੇ ਹਾਂ ਆਰਮੇਚਰ। ਠੀਕ, ਆਰਮੇਚਰ ਨੂੰ ਅਸੀਂ, ਆਰਮੇਚਰ ਇਜ਼ ਵਾਟ, ਇਟ ਇਜ਼ ਅ ਕੁਆਇਲ ABCD। ਇਹਦੇ ਉੱਪਰ ਨੰਬਰ ਆਫ ਟਰਨਸ ਜਿਹੜੀਆਂ ਹੈ, ਮਤਲਬ ਕੋਈ ਵੀ ਅਸੀਂ ਵਾਇਰ ਜਿਹੜੀ ਹੈ ਵਾਊਂਡ ਕੀਤੀ ਹੋ ਸਕਦੀ ਹੈ ਇਹਦੇ ਉੱਪਰ, ਉਹ ਚਾਹੇ ਸ਼ੋ ਨਹੀਂ ਕਰਦੇ ਪਰ ਇਹ ਕੀ ਹੈ, ਨੰਬਰ ਆਫ ਟਰਨਸ ਜਿਹੜੀਆਂ ਅੰਡਰਸਟੂਡ ਹੈ ਕਿ ਇਹਦੇ ਉੱਪਰ ਵਾਊਂਡ ਹੈ। ਠੀਕ ਹੈ, ਇਹ ਹੋ ਗਿਆ ਆਰਮੇਚਰ। ਔਰ ਇਹਦੇ ਲਈ ਅਸੀਂ ਕੀ ਕਹਿੰਦੇ ਹਾਂ, ਇਹਨੂੰ ਬਣਾਉਣ ਦੇ ਲਈ ਯੂਜ਼ ਕਿਹੜਾ ਮਟੀਰੀਅਲ ਕੀਤਾ ਜਾਂਦਾ ਹੈ, ਸੌਫਟ ਆਇਰਨ ਕੋਰ। ਸੌਫਟ ਆਇਰਨ ਕੋਰ।
ठीक है। हुण इस तो बाद असी सैकेंड स्टैप की करना है, पहला तो आर्मेचर हो गया कंस्ट्रक्शन का, दूसरा है फील्ड मैगनेट्स। हुण मैगनेट्स तो लगन ही गए क्योंकि असी मैगनैटिक फील्ड अप्लाई करना है, तो असी इत्थे मैगनेट्स बना देंगे दो, उहदे नॉर्थ साउथ पोल हो जाएंगे और हमेशा कर्व्ड फॉर्म च बनाने हैं। कर्व्ड क्यों बनाने हैं, इहदा भी असी रीज़न पिछले एक आर्टिकल च कीता होया है, ठीक है। इनू इस तरह बना दिता, इसी तरह इस डायरैक्शन च हो जाएगा, चाहे इनू इत्थों थोड़ा जा इस तरह करके कर्व्ड दिखा दिए, ठीक है। ये हो गया साडे कोल, इनू असी नॉर्थ पोल कह दिता और इनू असी की कह दिता, साउथ पोल कह दिता, ठीक। इस तो बाद असी की करना है, थर्ड स्टैप है साडे कोल स्लिप रिंग्स। स्लिप रिंग्स जिहड़ियां हैं साडे कोल, इस जो कॉइल है जिहड़ी जिन्हों असी आर्मेचर कह रहे हैं, इहदे नाल इत्थे अगे जाके अटैच्ड है इस तरह दो सिलेंड्रिकल टाइप रिंग्स है जो इहदे नाल अटैच है, ठीक है। एक नू असी R1 बोल देंगे और एक नू R2, और ये नाल हैंडल अटैच है, और ये एक एक्सिस है यदी आर्मेचर दी, ठीक है। और इत्थे जो है हैंडल अटैच कर देंगे जिहदी हैल्प नाल असी की है रोटेट करना है, ठीक। हुण इस तो बाद असी कहांगे कि ये जिहड़ियां स्लिप रिंग्स का की काम है, ये जो की करदियां है कॉन्टैक्ट, देखो ये कादे नाल कॉन्टैक्टेड है, इस कॉइल दे नाल ABCD आर्मेचर नाल कंटैक्टेड है। जिद्दां ही असी इत्थों हैंडल नू रोटेट किया, ये स्लिप रिंग्स जिहड़ियां है रोटेट करनगियां, और ये रोटेट करन दे नाल असी कहांगे ये जिहड़ा आर्मेचर है या ये ABCD कॉइल जिहड़ी है वो रोटेट करेगी। उस तो बाद फोर्थ पॉइंट है साडे कोल ब्रशेस। हुण इत्थे जो R1 R2 जिहड़े साडे कोल स्लिप रिंग्स है, इन्हां दे नाल दो ब्रशेस अटैच्ड है कुछ इस तरह, ठीक है। एक नू असी B1 बोल दिन्ने आ, दूसरे नू असी B2 बोल दिन्ने आ, और इन्हां दे नाल एक जिहड़ी है रजिस्टेंस कनैक्टेड है, रजिस्टेंस असी इस तरह लोड रजिस्टेंस बोल दिता R, इन्हां दे नाल कनैक्टेड है। और ये ब्रशेस की करते हैं, जदों इंड्यूस्ड करंट आएगा या सिंपल असी कहिए करंट की गल करांगे, तो ये ब्रशेस जिहड़े है पास करनगे करंट नू, देखो क्योंकि ये रजिस्टेंस नाल कनैक्टेड है, जिद्दां ही करंट आएगा ब्रशेस जिहड़े है वो करंट नू सप्लाई करनगे स्लिप रिंग्स नू, और स्लिप रिंग्स फरदर किनू सप्लाई कर देणगियां आर्मेचर नू, ठीक है। ये हो गया साडे कोल जो असी कंस्ट्रक्शन कहिए, कंस्ट्रक्शन च असी सिर्फ नाम ही नहीं लिखने, थोड़ी जी हैडिंग फस्ट जिवें आर्मेचर लिखिया, थोड़ा ये बारे लिखना पेगा कि आर्मेचर जिहड़ा है कॉइल है सॉफ्ट आयरन कोर दी है, और ये ते नंबर ऑफ टर्नस होणगियां, ठीक है। एक कॉइल है जिहदे चो इंड्यूस्ड करंट जो है फ्लो करेगा, फील्ड मैगनेट जिहड़े कर्व्ड शेप च लैके चले हैं जो प्रोवाइड कर रहे हैं मैगनैटिक फील्ड। स्लिप रिंग्स जिहड़ियां हैं दे आर फॉर द मूवेबल कॉन्टैक्ट विद दिस आर्मेचर, ब्रशेज आर यूज्ड टू पास द करंट फ्रॉम दिस सर्किट टू आर्मेचर, ठीक है। ये हो गया साडे कोल कंस्ट्रक्शन। इस तो बाद असी गल करांगे वर्किंग दी। इहदी वर्किंग च बेसिकली असी की चीज़ करनी है, इहदे च असी जो है टाइम दे नाल जो आर्मेचर है, जदों ये जिहड़ा जनरेटर है या आर्मेचर है टाइम ते किस तरह साडे कोल ये मूव करेगा, असी एक पूरा कंप्लीट साइकिल लैके चलांगे। एक कंप्लीट साइकिल का मतलब की है, वन कंप्लीट साइकिल अगर असी कहीए तो किहड़े टाइम की असी गल कर रहे हैं, वन कंप्लीट साइकिल तो असी की कह रहे हैं 0 तो लैके T टाइम तक, ठीक है। हुण सानू ये देखना पेगा 0 तो लैके T दे विच किन्ने टाइम इंटरवल्स आएंगे। पहला तो 0 तो लैके सानू पता T/2 अग हो गया तो हाफ साइकिल, अगर T हो गया तो कंप्लीट साइकिल, ठीक है। ये भी कुछ इंटरवल होएगा, ये भी असी भी
ਪਹਿਲਾਂ ਅਸੀਂ ਪੂਰੇ ਇੰਟਰਵਲ ਦਾ ਹਾਫ ਕੀਤਾ, ਫਿਰ ਹਾਫ ਦਾ ਹਾਫ ਕਰਾਂਗੇ, ਇੱਧਰ ਵੀ ਹਾਫ ਦਾ ਹਾਫ ਕਰਾਂਗੇ ਤਾਂ ਡਿਫਰੈਂਟ ਟਾਈਮਸ ਹੋ ਜਾਣਗੇ। ਇੱਥੇ ਇੱਕ ਹੋਰ ਅਸੀਂ ਇਹਨਾਂ ਦੇ ਹਾਫ ਤੇ T/4 ਲੈ ਕੇ ਚੱਲ ਪਾਂਗੇ, ਔਰ ਇੱਥੇ ਅਸੀਂ ਇੱਕ ਹੋਰ ਟਾਈਮ ਦਾ ਹਾਫ ਇਹਨਾਂ ਦੋਨਾਂ 'ਚ, ਦੈਟ ਇਜ਼ 3T/4 ਹੋ ਜਾਏਗਾ। ਮਤਲਬ ਇਹ ਸਾਰੇ ਡਿਫਰੈਂਟ ਟਾਈਮ ਸਪੈਨਸ ਲੈ ਲਏ ਅਸੀਂ, ਟਾਈਮ ਇੰਟਰਵਲ ਲੈ ਲਏ। 0 ਜਦੋਂ ਅਸੀਂ ਸਟਾਰਟ ਕੀਤਾ ਜਨਰੇਟਰ ਨੂੰ, ਉਸ ਟਾਈਮ 'ਤੇ ਕੀ ਪੋਜੀਸ਼ਨ ਹੈ ਜਨਰੇਟਰ ਦੀ, ਜੋ ਅਸੀਂ ਇਹ ਸ਼ੁਰੂ ਕੀਤਾ ਜਨਰੇਟਰ ਜਦੋਂ ਟਾਈਮ 0 ਸੀ ਉਦੋਂ ਇਹਦੀ ਪੋਜੀਸ਼ਨ ਕੀ ਹੈ, ਫਿਰ ਉਸ ਟਾਈਮ 'ਤੇ ਇੰਡਿਊਸਡ ਕਰੰਟ ਦੀ ਡਾਇਰੈਕਸ਼ਨ ਕੀ ਹੈ, ਫਿਰ ਅਸੀਂ ਟਾਈਮ ਲੈ ਲਿਆ T/4, ਉਸ ਟਾਈਮ 'ਤੇ ਇਹਦੀ ਪੋਜੀਸ਼ਨ ਕੀ ਹੈ। ਦੇਖੋ ਪਹਿਲਾਂ ਇੱਦਾਂ ਹੈ, ਰਾਈਟ। ਮੰਨ ਲਓ ਅਗਰ ਅਸੀਂ ਇੱਥੇ ਦੇਖੀਏ ਤਾਂ ਇਹ T 0 ਤੇ ਹੈ, ਫਿਰ ਕੁਛ ਟਾਈਮ ਬਾਅਦ ਇਸ ਤਰ੍ਹਾਂ ਹੋ ਜਾਏਗਾ, ਰੋਟੇਟ ਕਰ ਰਹੇ हैं ना, फिर इस तरह आ जाएगा, एक पूरा कंप्लीट साइकिल लेके चलना है, फिर इस तरह हो जाएगा, फिर वो पोजीशन इस ते आ जाएगा। तो ये सारिया डिफरेंट पोजीशनस असी लैके चलनिया है। मतलब अगर असी स्टार्टिंग ये वाली पोजीशन लई है, ये हॉरिजॉन्टल हो गई, फिर वर्टिकल हो गया दूसरी पोजीशन, फिर हॉरिजॉन्टल हो गया तीसरी पोजीशन, फिर वर्टिकल हो गया फोर्थ पोजीशन, फिर हॉरिजॉन्टल हो गया फिफ्थ पोजीशन। मतलब असी 5 पोजीशनस नूं जिहड़ा है वो डिस्कस करांगे, और वो 5 पोजीशनस दे उपर की टाइम है और की इंड्यूस्ड करंट दी डायरैक्शन होएगी इस आर्मेचर च, इस कॉइल च इंड्यूस्ड करंट दी डायरैक्शन की होएगी, वो सारा कुछ असी इत्थे डिस्कस करना है। ठीक है, ये हो जाएगा। हुण असी इनू स्टार्ट करते हैं वर्किंग च। हुण वर्किंग च सब तो पहला असी की करते हैं, हर एक नू 1 बाय 1 असी इत्थे डिस्कस करना है। पहले असी इत्थे 2 पोल्स लैके चलते हैं, नॉर्थ पोल साउथ पोल। ठीक, हुण असी इत्थे की है डायरैक्शन ऑफ, पहला मैगनैटिक फील्ड लैके चलते हैं, नॉर्थ टू साउथ होएगी डायरैक्शन ऑफ मैगनैटिक फील्ड। तो ये वाली लाइन ने की दिखा दी डायरैक्शन ऑफ मैगनैटिक फील्ड। इस तरह असी होर लाइनस भी लगा सकते हैं, वो इसलिए नहीं लगा रहे क्योंकि ये नाल थोड़ी जी डायग्राम है वो ज़्यादा कंपलैक्स लगेगी और विजिबिलिटी भी घटेगी, इसलिए एक लाइन के नाल ही मैगनैटिक फील्ड दिखाता कि इस डायरैक्शन से है फ्रॉम नॉर्थ टू साउथ डायरैक्शन। ਹੁਣ ਇਸ ਤੋਂ ਬਾਅਦ ਅਸੀਂ ਕੁਆਇਲਸ ਦੀਆਂ ਡਿਫਰੈਂਟ ਪੋਜੀਸ਼ਨਸ ਲੈ ਕੇ ਚੱਲਾਂਗੇ। ਠੀਕ ਹੈ, ਤਾਂ ਸਟਾਰਟਿੰਗ ਪੋਜੀਸ਼ਨ ਅਸੀਂ ਸਪੋਜ਼ ਵਰਟੀਕਲ ਤੋਂ ਸਟਾਰਟ ਕੀਤਾ, ਹੌਰੀਜ਼ੌਂਟਲ ਤੋਂ ਵੀ ਕਰ ਸਕਦੇ ਹਾਂ, ਪਰ ਸਪੋਜ਼ ਅਸੀਂ ਕੀ ਕਰ ਰਹੇ ਹਾਂ ਵਰਟੀਕਲ ਤੋਂ ਸਟਾਰਟ ਕੀਤਾ। ਠੀਕ ਹੈ, ਇਹ ਵਾਲੀ ਪੋਜੀਸ਼ਨ ਤੋਂ ਸਟਾਰਟ ਕੀਤਾ। ਹੁਣ ਇਹਦਾ ਮਤਲਬ ਅਸੀਂ ਵਰਟੀਕਲ ਕਹਿ ਰਹੇ ਹਾਂ ਤਾਂ ਕੀ ਹੋਏਗਾ अगर इस सिचुएशन ਨੂੰ ਲਈਏ ਤਾਂ इस सिचुएशन 'ਚ ਅਸੀਂ ਇਸ ਤਰ੍ਹਾਂ ਇਹਨੂੰ रोटेट कर रहे हैं, मतलब इस तरह रोटेट कर रहे हैं ਇਹਨੂੰ, राइट। हुण इस डायरैक्शन च रोटेट किया, ये हॉरिजॉन्टल है तो वर्टिकल च की होएगा, DC नीचे चला जाएगा। ठीक है ना, इस तरह ही होएगा, DC साडे कोल की हो जाएगा नीचे चला जाएगा, क्योंकि असी इनू इस डायरैक्शन च रोटेट कर रहे हैं। AB आर्म जिहड़ी है ऊपर हो जाएगी और जिहड़ी DC आर्म है वो की हो जाएगी नीचे चली जाएगी। मतलब कुछ इस तरह अगर असी डायग्राम च चेंज करिए तो डायग्राम इस तरह हो जाएगी। अगर असी इत्थे भी बना के देख लीए, सपोज असी ये वाले एंड नू मैं A बोल दिता, ये वाला एंड है B, दिस एंड इज C और दिस एंड इज D, और इनू असी इस तरह रोटेट करना है। अगर इस तरह रोटेट किया तो की होएगा साडे कोल इस तरह हो जाएगा, तो DC नीचे आ गया। ठीक है, ये जिहड़ा D ते C है ये की आ गया साडे कोल इत्थे आ गया नीचे DC, और AB इत्थे आ गया। उस तरह असी इत्थे बना देंगे, मतलब साडी हुण डायग्राम जिहड़ी है वो इस तरह हो जाएगी। ठीक है, ये हो गया साडे कोल, ये वाली आर्म जिहड़ी है इहदे उपर हो जाएगी और ये वाली आर्म जिहड़ी है वो नीचे चली जाएगी। दैट इज़ DC B A।